ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਹਿਤਿਕ ਸਫ਼ਰ 'ਚ ਤੇ ਮੈਂ ਕੁਲਦੀਪ ਗਿੱਲ ਲੈ ਕੇ ਹਾਜ਼ਰ ਹਾਂ। ਰੌਬਰਟ ਟੀ ਕਿਓਸਾਕੀ ਦੇ ਅਮੀਰ ਬਣਨ ਦੇ ਸਿੱਖਿਆ ਦੇ ਸਫ਼ਰ ਦਾ ਤੀਸਰਾ ਸਬਕ, ਆਪਣੇ ਕੰਮ ਨਾਲ ਵਾਸਤਾ ਰੱਖੋ। 1974 'ਚ ਮੈਕਡੋਨਾਲਡ ਦੇ ਮਾਲਕ ਰੇ ਕ੍ਰੌਕ ਨੂੰ ਕਿਹਾ ਗਿਆ ਕਿ ਉਹ ਆਸਟਿਨ 'ਚ ਟੈਕਸਾਸ ਯੂਨੀਵਰਸਿਟੀ ਅੰਦਰ MBA ਦੀ ਕਲਾਸ ਨੂੰ ਲੈਕਚਰ ਦੇਣ। ਮੇਰਾ ਇੱਕ ਨਜ਼ਦੀਕੀ ਦੋਸਤ ਕੀਥ ਕਨਿੰਗਮ ਉੱਥੋਂ MBA ਕਰ ਰਿਹਾ ਸੀ। ਬੜੀ ਚੰਗੀ ਅਤੇ ਪ੍ਰੇਰਨਾਦਾਈ ਚਰਚਾ ਤੋਂ ਬਾਅਦ ਕਲਾਸ ਖਤਮ ਹੋ ਗਈ ਅਤੇ ਵਿਦਿਆਰਥੀਆਂ ਨੇ ਰੇ ਨੂੰ ਪੁੱਛਿਆ ਕਿ ਕੀ ਉਹ ਬੀਅਰ ਵਾਸਤੇ ਉਹਨਾਂ ਦੇ ਫੇਵਰਿਟ ਬਾਰ ਵਿੱਚ ਚੱਲਣਗੇ। ਰੇ ਤਿਆਰ ਹੋ ਗਏ। ਜਦੋਂ ਬੀਅਰ ਸਾਰੇ ਲੋਕਾਂ ਦੇ ਹੱਥਾਂ 'ਚ ਆ ਗਈ ਤਦੋਂ ਰੇ ਨੇ ਪੁੱਛਿਆ, ਮੇਰਾ ਅਸਲ ਬਿਜ਼ਨਸ ਕੀ ਹੈ? ਕੀਥ ਨੇ ਦੱਸਿਆ। ਹਰ ਕੋਈ ਹੱਸ ਪਿਆ। ਜ਼ਿਆਦਾਤਰ MBA ਦੇ ਵਿਦਿਆਰਥੀਆਂ ਨੂੰ ਲੱਗਿਆ ਜਿਵੇਂ ਰੇ ਮਖੌਲ ਕਰ ਰਹੇ ਸਨ। ਕਿਸੇ ਨੇ ਜਵਾਬ ਨਹੀਂ ਦਿੱਤਾ। ਇਸ ਲਈ ਰੇ ਨੇ ਦੁਬਾਰਾ ਇਹ ਸਵਾਲ ਪੁੱਛਿਆ, ਤੁਹਾਡੀਆਂ ਨਜ਼ਰਾਂ ਵਿੱਚ ਮੇਰਾ ਬਿਜ਼ਨਸ ਕੀ ਹੈ? ਵਿਦਿਆਰਥੀ ਦੁਬਾਰਾ ਹੱਸ ਪਏ ਤੇ ਅੰਤ 'ਚ ਇੱਕ ਬਹਾਦਰ ਵਿਦਿਆਰਥੀ ਨੇ ਜ਼ੋਰ ਦੇ ਕੇ ਕਿਹਾ, ਰੇ, ਦੁਨੀਆ ਵਿੱਚ ਇਹੋ ਜਿਹਾ ਕੌਣ ਹੈ ਜਿਸ ਨੂੰ ਇਹ ਨਹੀਂ ਪਤਾ ਕਿ ਤੁਸੀਂ ਹੈਮਬਰਗਰ ਬਿਜ਼ਨਸ ਵਿੱਚ ਹੋ? ਰੇ ਹੱਸ ਪਿਆ। ਮੈਨੂੰ ਪਤਾ ਸੀ ਤੁਸੀਂ ਲੋਕ ਇਹੀ ਕਹੋਗੇ। ਉਹ ਇੱਕ ਪਲ ਲਈ ਰੁਕਿਆ ਅਤੇ ਇਸ ਤੋਂ ਬਾਅਦ ਉਸਨੇ ਕਿਹਾ, ਲੇਡੀਜ਼ ਐਂਡ ਜੈਂਟਲਮੈਨ, ਮੈਂ ਹੈਮਬਰਗਰ ਬਿਜ਼ਨਸ ਵਿੱਚ ਨਹੀਂ ਹਾਂ। ਮੇਰਾ ਅਸਲ ਬਿਜ਼ਨਸ ਰੀਅਲ ਐਸਟੇਟ ਹੈ। ਕੀਥ ਨੇ ਦੱਸਿਆ ਕਿ ਰੇ ਨੂੰ ਆਪਣੇ ਨਜ਼ਰੀਏ ਨੂੰ ਸਮਝਾਉਣ ਵਿੱਚ ਕਾਫੀ ਸਮਾਂ ਲੱਗਿਆ। ਆਪਣੇ ਬਿਜ਼ਨਸ ਪਲਾਨ 'ਚ ਰੇ ਜਾਣਦਾ ਸੀ ਕਿ ਬਿਜ਼ਨਸ ਦਾ ਮੂਲ ਟੀਚਾ ਹੈਮਬਰਗਰ ਫਰੈਂਚਾਈਜ਼ੀ ਵੇਚਣਾ ਹੈ, ਪਰ ਉਹ ਕਦੀ ਵੀ ਆਪਣੀ ਹਰ ਫਰੈਂਚਾਈਜ਼ੀ ਦੀ ਲੋਕੇਸ਼ਨ ਨੂੰ ਨਹੀਂ ਭੁੱਲਿਆ। ਉਹ ਜਾਣਦਾ ਸੀ ਕਿ ਰੀਅਲ ਐਸਟੇਟ ਤੇ ਇਸ ਦੀ ਲੋਕੇਸ਼ਨ ਹਰ ਫਰੈਂਚਾਈਜ਼ੀ ਦੀ ਸਫਲਤਾ 'ਚ ਸਭ ਤੋਂ ਮਹੱਤਵਪੂਰਨ ਤੱਤ ਹੈ। ਬੇਸਿਕਲੀ ਉਹ ਆਦਮੀ ਜਿਹੜਾ ਫਰੈਂਚਾਈਜ਼ੀ ਖਰੀਦ ਰਿਹਾ ਸੀ ਤੇ ਰੇ ਕ੍ਰੌਕ ਕੰਪਨੀ 'ਚ ਫਰੈਂਚਾਈਜ਼ੀ ਚੇਨ ਦਾ ਮੈਂਬਰ ਬਣਦਾ ਸੀ, ਉਹ ਵੀ ਉਸ ਜ਼ਮੀਨ ਵਾਸਤੇ ਪੈਸੇ ਦੇ ਰਿਹਾ ਸੀ ਅਤੇ ਉਸ ਨੂੰ ਖਰੀਦ ਰਿਹਾ ਸੀ। ਅੱਜ ਮੈਕਡੋਨਾਲਡ ਦੁਨੀਆ 'ਚ ਰੀਅਲ ਐਸਟੇਟ ਦਾ ਸਭ ਤੋਂ ਵੱਡਾ ਇਕੱਲਾ ਮਾਲਕ ਹੈ, ਜਿਸ ਕੋਲ ਕੈਥੋਲਿਕ ਚਰਚ ਤੋਂ ਵੀ ਜ਼ਿਆਦਾ ਰੀਅਲ ਐਸਟੇਟ ਹੈ। ਅੱਜ ਮੈਕਡੋਨਾਲਡ ਦੇ ਕੋਲ ਅਮਰੀਕਾ ਅਤੇ ਦੁਨੀਆ ਦੇ ਦੂਜੇ ਮੁਲਕਾਂ 'ਚ ਸਭ ਤੋਂ ਕੀਮਤੀ ਚੁਰਸਤੇ ਉੱਤੇ ਨੁੱਕੜ ਹਨ। ਕੀਥ ਨੇ ਕਿਹਾ ਕਿ ਉਹ ਉਸ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਸਬਕ ਸੀ। ਅੱਜ ਕੀਥ ਦੇ ਕੋਲ ਕਾਰ ਧੋਣ ਦਾ ਬਿਜ਼ਨਸ ਹੈ, ਪਰ ਉਸ ਦਾ ਅਸਲੀ ਬਿਜ਼ਨਸ ਹੈ ਕਾਰ ਧੋਣ ਦੇ ਗੈਰੇਜ ਦੇ ਥੱਲੇ ਰੀਅਲ ਐਸਟੇਟ। ਪਿਛਲੇ ਅਧਿਆਏ ਦੇ ਅੰਤ 'ਚ ਸਾਨੂੰ ਇਹ ਦੱਸਿਆ ਗਿਆ ਸੀ ਕਿ ਜ਼ਿਆਦਾਤਰ ਲੋਕ ਦੂਜਿਆਂ ਲਈ ਕੰਮ ਕਰਦੇ ਹਨ, ਬਸ ਆਪਣੇ ਲਈ ਕੰਮ ਨਹੀਂ ਕਰਦੇ। ਉਹ ਪਹਿਲਾਂ ਤਾਂ ਕੰਪਨੀ ਦੇ ਮਾਲਕਾਂ ਲਈ ਕੰਮ ਕਰਦੇ ਹਨ, ਫਿਰ ਟੈਕਸ ਦੇ ਕਾਰਨ ਸਰਕਾਰ ਵਾਸਤੇ ਅਤੇ ਆਖਿਰਕਾਰ ਬੈਂਕ ਲਈ ਕੰਮ ਕਰਦੇ ਹਨ, ਜਿਹੜਾ ਉਹਨਾਂ ਦੇ ਮੌਰਟਗੇਜ ਦਾ ਮਾਲਕ ਹੁੰਦਾ ਹੈ। ਜਦੋਂ ਅਸੀਂ ਛੋਟੇ ਸੀ ਤਾਂ ਸਾਡੇ ਆਲੇ ਦੁਆਲੇ ਮੈਕਡੋਨਾਲਡ ਦਾ ਕੋਈ ਫਰੈਂਚਾਈਜ਼ੀ ਆਊਟਲੈਟ ਨਹੀਂ ਸੀ, ਪਰ ਅਮੀਰ ਡੈਡੀ ਨੇ ਮਾਈਕ ਤੇ ਮੈਨੂੰ ਉਹੀ ਸਬਕ ਸਿਖਾ ਦਿੱਤਾ ਸੀ ਜਿਹੜਾ ਟੈਕਸਾਸ ਯੂਨੀਵਰਸਿਟੀ 'ਚ ਰੇ ਕ੍ਰੌਕ ਨੇ ਸਿਖਾਇਆ ਸੀ। ਇਹ ਅਮੀਰਾਂ ਦਾ ਰਾਜ਼ ਨੰਬਰ 3 ਹੈ। ਰਾਜ਼ ਹੈ, ਆਪਣੇ ਕੰਮ ਨਾਲ ਕੰਮ ਰੱਖੋ। ਲੋਕਾਂ ਦੀ ਜ਼ਿੰਦਗੀ 'ਚ ਪੈਸਿਆਂ ਦੀ ਤੰਗੀ ਇਸ ਕਰਕੇ ਆਉਂਦੀ ਹੈ ਕਿਉਂਕਿ ਉਹ ਸਾਰੀ ਜ਼ਿੰਦਗੀ ਦੂਜਿਆਂ ਲਈ ਕੰਮ ਕਰਦੇ ਰਹਿੰਦੇ ਹਨ। ਕਈ ਲੋਕਾਂ ਦੇ ਕੋਲ ਤਾਂ ਸਾਰੀ ਜ਼ਿੰਦਗੀ ਕੰਮ ਕਰਨ ਤੋਂ ਬਾਅਦ ਵੀ ਆਪਣੇ ਲਈ ਕੁਝ ਵੀ ਨਹੀਂ ਬਚ ਪਾਉਂਦਾ। ਸਾਡੀ ਵਰਤਮਾਨ ਸਿੱਖਿਆ ਪੱਧਤੀ ਅੱਜ ਦੇ ਨੌਜਵਾਨਾਂ 'ਚ ਅਕਾਦਮਿਕ ਕੁਸ਼ਲਤਾਵਾਂ ਵਿਕਸਿਤ ਕਰਕੇ ਉਹਨਾਂ ਨੂੰ ਚੰਗੀਆਂ ਨੌਕਰੀਆਂ ਦਿਲਾਉਣ ਵਾਸਤੇ ਤਿਆਰ ਕਰਦੀ ਹੈ। ਉਹਨਾਂ ਦੀਆਂ ਜ਼ਿੰਦਗੀਆਂ ਉਹਨਾਂ ਦੀਆਂ ਤਨਖਾਹਾਂ ਦੇ ਚੌਗਿਰਦੇ ਘੁੰਮਦੀਆਂ ਹਨ, ਜਾਂ ਜਿਵੇਂ ਪਹਿਲਾਂ ਦੱਸਿਆ ਜਾ ਚੁੱਕਿਆ ਹੈ, ਉਹਨਾਂ ਦੀ ਆਮਦਨ ਵਾਲੇ ਕਾਲਮ ਦੇ ਚਾਰੇ ਪਾਸੇ ਜ਼ਿਆਦਾ ਅਕਾਦਮਿਕ ਕੁਸ਼ਲਤਾਵਾਂ ਨੂੰ ਵਿਕਸਿਤ ਕਰਨ ਤੋਂ ਬਾਅਦ ਉਹ ਆਪਣੀ ਵਿਵਸਾਇਕ ਯੋਗਤਾ ਨੂੰ ਵਧਾਉਣ ਵਾਸਤੇ ਹੋਰ ਉੱਚੀ ਸਿੱਖਿਆ ਹਾਸਲ ਕਰਦੇ ਹਨ। ਉਹ ਇੰਜੀਨੀਅਰ, ਸਾਇੰਟਿਸਟ, ਸ਼ੈਫ, ਪੁਲਿਸ ਆਫੀਸਰ, ਕਲਾਕਾਰ, ਲੇਖਕ ਆਦਿ ਬਣਨ ਵਾਸਤੇ ਪੜ੍ਹਾਈ ਕਰਦੇ ਹਨ। ਉਹਨਾਂ ਦੀ ਵਿਵਸਾਇਕ ਯੋਗਤਾ ਉਹਨਾਂ ਨੂੰ ਕੰਮ ਕਰਨ ਤੇ ਪੈਸਾ ਕਮਾਉਣ ਦਾ ਮੌਕਾ ਦਿੰਦੀ ਹੈ, ਪਰ ਧਿਆਨ ਰਹੇ ਕਿ ਉਹ ਪੈਸਿਆਂ ਵਾਸਤੇ ਕੰਮ ਕਰਦੇ ਹਨ। ਤੁਹਾਡੇ ਪ੍ਰੋਫੈਸ਼ਨ ਅਤੇ ਉਹਨਾਂ ਦੇ ਬਿਜ਼ਨਸ 'ਚ ਬਹੁਤ ਵੱਡਾ ਅੰਤਰ ਹੈ। ਮੈਂ ਆਮ ਕਰਕੇ ਲੋਕਾਂ ਨੂੰ ਪੁੱਛਦਾ ਹਾਂ, ਤੁਹਾਡਾ ਬਿਜ਼ਨਸ ਕੀ ਹੈ? ਤੇ ਉਹ ਕਹਿੰਦੇ ਹਨ, ਮੈਂ ਇੱਕ ਬੈਂਕਰ ਹਾਂ। ਫਿਰ ਮੈਂ ਉਹਨਾਂ ਨੂੰ ਪੁੱਛਦਾ ਹਾਂ ਕਿ ਕੀ ਉਹ ਬੈਂਕ ਦੇ ਮਾਲਕ ਹਨ? ਤੇ ਆਮ ਕਰਕੇ ਉਹਨਾਂ ਦਾ ਜਵਾਬ ਹੁੰਦਾ ਹੈ, ਨਹੀਂ, ਮੈਂ ਬੈਂਕ ਵਿੱਚ ਕੰਮ ਕਰਦਾ ਹਾਂ। ਇਸ ਤਰ੍ਹਾਂ ਉਹਨਾਂ ਨੇ ਆਪਣੇ ਪ੍ਰੋਫੈਸ਼ਨ ਅਤੇ ਆਪਣੇ ਬਿਜ਼ਨਸ ਨੂੰ ਇੱਕ ਹੀ ਸਮਝ ਲਿਆ ਹੈ। ਉਹਨਾਂ ਦਾ ਪ੍ਰੋਫੈਸ਼ਨ ਇੱਕ ਬੈਂਕਰ ਦਾ ਹੋ ਸਕਦਾ ਹੈ, ਪਰ ਉਹਨਾਂ ਦਾ ਆਪਣਾ ਬਿਜ਼ਨਸ ਕੁਝ ਵੀ ਨਹੀਂ ਹੈ। ਰੇ ਕ੍ਰੌਕ ਆਪਣੇ ਪ੍ਰੋਫੈਸ਼ਨ ਅਤੇ ਆਪਣੇ ਬਿਜ਼ਨਸ ਦੇ ਵਿਚਕਾਰਲੇ ਫਰਕ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਸਨ। ਉਹਨਾਂ ਦਾ ਪ੍ਰੋਫੈਸ਼ਨ ਹਮੇਸ਼ਾ ਉਹੀ ਸੀ, ਉਹ ਇੱਕ ਸੇਲਜ਼ਮੈਨ ਸਨ। ਇੱਕ ਵਕਤ ਉਹ ਮਿਲਕਸ਼ੇਕ ਵਾਸਤੇ ਮਿਕਸਰ ਵੇਚਦੇ ਸਨ ਤੇ ਕੁਝ ਹੀ ਸਮੇਂ ਬਾਅਦ ਉਹ ਹੈਮਬਰਗਰ ਫਰੈਂਚਾਈਜ਼ੀ ਵੇਚਣ ਲੱਗੇ। ਹਾਲਾਂਕਿ ਉਹਨਾਂ ਦਾ ਪ੍ਰੋਫੈਸ਼ਨ ਹੈਮਬਰਗਰ ਫਰੈਂਚਾਈਜ਼ੀ ਵੇਚਣ ਦਾ ਸੀ, ਪਰ ਉਹਨਾਂ ਦਾ ਬਿਜ਼ਨਸ ਆਮਦਨ ਦਿਲਾਉਣ ਵਾਲੇ ਰੀਅਲ ਐਸਟੇਟ ਨੂੰ ਇਕੱਠਾ ਕਰਨਾ ਸੀ। ਸਕੂਲ ਦੀ ਇੱਕ ਸਮੱਸਿਆ ਇਹ ਹੈ ਕਿ ਤੁਸੀਂ ਜਿਹੜਾ ਵਿਸ਼ਾ ਪੜ੍ਹਦੇ ਹੋ ਤੁਸੀਂ ਉਹੀ ਬਣ ਜਾਂਦੇ ਹੋ। ਉਦਾਹਰਨ ਵਾਸਤੇ, ਜੇਕਰ ਤੁਸੀਂ ਕੁਕਿੰਗ ਦਾ ਅਧਿਐਨ ਕਰਦੇ ਹੋ ਤਾਂ ਤੁਸੀਂ ਸ਼ੈਫ ਬਣ ਜਾਂਦੇ ਹੋ, ਜੇਕਰ ਤੁਸੀਂ ਕਾਨੂੰਨ ਦਾ ਅਧਿਐਨ ਕਰਦੇ ਹੋ ਤਾਂ ਵਕੀਲ, ਅਤੇ ਜੇਕਰ ਤੁਸੀਂ ਆਟੋ ਮਕੈਨਿਕਸ ਦਾ ਅਧਿਐਨ ਕਰਦੇ ਹੋ ਤਾਂ ਮਕੈਨਿਕ ਬਣ ਜਾਂਦੇ ਹੋ। ਜੋ ਪੜ੍ਹਿਆ ਜਾਵੇ ਉਹੀ ਬਣ ਜਾਣ ਵਿੱਚ ਗਲਤੀ ਇੱਥੇ ਹੁੰਦੀ ਹੈ ਕਿ ਲੋਕ ਆਪਣੇ ਕੰਮ ਨਾਲ ਕੰਮ ਰੱਖਣਾ ਭੁੱਲ ਜਾਂਦੇ ਹਨ। ਉਹ ਆਪਣਾ ਸਾਰਾ ਜੀਵਨ ਦੂਜਿਆਂ ਦੇ ਕੰਮ 'ਤੇ ਧਿਆਨ ਦੇਣ ਵਿੱਚ ਲਾ ਦਿੰਦੇ ਹਨ ਤੇ ਇਸ ਤਰ੍ਹਾਂ ਉਹਨਾਂ ਨੂੰ ਅਮੀਰ ਬਣਾਉਂਦੇ ਹਨ।
ਆਰਥਿਕ ਤੌਰ ਤੇ ਸੁਰੱਖਿਅਤ ਬਣਨ ਵਾਸਤੇ ਕਿਸੇ ਬੰਦੇ ਨੂੰ ਆਪਣੇ ਕੰਮ ਨਾਲ ਕੰਮ ਰੱਖਣ ਦੀ ਲੋੜ ਹੁੰਦੀ ਹੈ। ਤੁਹਾਡਾ ਬਿਜ਼ਨਸ ਤੁਹਾਡੇ ਸੰਪੱਤੀ ਐਸੈਟਸ ਵਾਲੇ ਕਾਲਮ ਦੇ ਚਾਰੇ ਪਾਸੇ ਘੁੰਮਦਾ ਹੈ, ਜਿਹੜਾ ਤੁਹਾਡੀ ਆਮਦਨ ਵਾਲੇ ਕਾਲਮ ਦੇ ਉਲਟ ਹੁੰਦਾ ਹੈ। ਜਿਵੇਂ ਪਹਿਲਾਂ ਦੱਸਿਆ ਜਾ ਚੁੱਕਿਆ ਹੈ, ਨੰਬਰ 1 ਅਸੂਲ ਇਹ ਜਾਣਨਾ ਹੈ ਕਿ ਸੰਪੱਤੀ ਐਸੈਟਸ ਤੇ ਦੇਣਦਾਰੀ ਲਾਇਬਿਲਿਟੀ ਦੇ ਵਿੱਚ ਕੀ ਫਰਕ ਹੁੰਦਾ ਹੈ, ਅਤੇ ਇਸ ਲਈ ਸਾਨੂੰ ਸੰਪੱਤੀ ਐਸੈਟਸ ਹੀ ਖਰੀਦਣੇ ਚਾਹੀਦੇ ਹਨ। ਅਮੀਰ ਲੋਕ ਆਪਣੇ ਸੰਪੱਤੀ ਐਸੈਟਸ ਵਾਲੇ ਕਾਲਮ ਉੱਤੇ ਧਿਆਨ ਦਿੰਦੇ ਹਨ, ਜਦੋਂ ਕਿ ਬਾਕੀ ਸਾਰੇ ਲੋਕ ਆਪਣੇ ਇਨਕਮ ਸਟੇਟਮੈਂਟ ਤੇ। ਇਸ ਲਈ ਇਹ ਬੜਾ ਸੁਣਨ ਚ ਆਉਂਦਾ ਹੈ, ਮੈਨੂੰ ਜ਼ਿਆਦਾ ਤਨਖਾਹ ਦੀ ਲੋੜ ਹੈ, ਕਾਸ਼ ਕਿ ਮੈਨੂੰ ਪ੍ਰਮੋਸ਼ਨ ਮਿਲ ਜਾਵੇ। ਮੈਂ ਇੱਕ ਵਾਰ ਫਿਰ ਸਕੂਲ ਜਾ ਕੇ ਕੁਝ ਹੋਰ ਟ੍ਰੇਨਿੰਗ ਲੈਣ ਵਾਲਾ ਹਾਂ ਤਾਂ ਜੋ ਮੈਂ ਹੋਰ ਬਿਹਤਰ ਨੌਕਰੀ ਪਾ ਸਕਾਂ। ਮੈਂ ਓਵਰ ਟਾਈਮ ਕਰਨ ਵਾਲਾ ਹਾਂ, ਸ਼ਾਇਦ ਮੈਨੂੰ ਕੋਈ ਪਾਰਟ ਟਾਈਮ ਕੰਮ ਮਿਲ ਜਾਵੇ। ਮੈਂ 2 ਹਫ਼ਤਿਆਂ ਵਿੱਚ ਨੌਕਰੀ ਛੱਡ ਰਿਹਾ ਹਾਂ। ਮੈਨੂੰ ਇੱਕ ਨਵੀਂ ਨੌਕਰੀ ਮਿਲ ਗਈ ਹੈ ਜਿਸ ਵਿੱਚ ਤਨਖਾਹ ਜ਼ਿਆਦਾ ਹੈ। ਜ਼ਿਆਦਾਤਰ ਇਹ ਸਿਆਣਪ ਵਾਲੀ ਗੱਲ ਮੰਨੀ ਜਾਂਦੀ ਹੈ, ਪਰ ਜੇਕਰ ਤੁਸੀਂ ਰੇ ਕ੍ਰੌਕ ਦੀ ਗੱਲ ਸਮਝਦੇ ਹੋ ਤਾਂ ਅਜਿਹਾ ਕਰਕੇ ਤੁਸੀਂ ਆਪਣੇ ਕੰਮ ਨਾਲ ਕੰਮ ਨਹੀਂ ਰੱਖ ਰਹੇ ਹੋ। ਸਾਰੇ ਲੋਕ ਆਪਣੀ ਇਨਕਮ ਨੂੰ ਵਧਾਉਣ ਵਿੱਚ ਲੱਗੇ ਹੋਏ ਹਨ, ਪਰ ਜੇਕਰ ਉਹ ਇਨਕਮ ਤੋਂ ਆ ਰਹੇ ਪੈਸਿਆਂ ਨੂੰ ਐਸੈਟਸ ਖਰੀਦਣ 'ਚ ਖਰਚਦੇ ਹਨ ਜਿਸ ਨਾਲ ਉਹਨਾਂ ਕੋਲ ਹੋਰ ਪੈਸਾ ਆਵੇ ਤਾਂ ਉਹ ਅਮੀਰ ਬਣ ਸਕਦੇ ਹਨ। ਗਰੀਬ ਅਤੇ ਮਿਡਲ ਕਲਾਸ ਦੇ ਜ਼ਿਆਦਾਤਰ ਲੋਕ ਆਰਥਿਕ ਤੌਰ ਉੱਤੇ ਪੁਰਾਣੀ ਸੋਚ ਵਾਲੇ ਹੁੰਦੇ ਹਨ। ਜਿਵੇਂ ਉਹ ਕਹਿੰਦੇ ਹਨ ਕਿ ਮੈਂ ਰਿਸਕ ਨਹੀਂ ਲੈ ਸਕਦਾ ਜਾਂ ਮੈਂ ਖਤਰਾ ਨਹੀਂ ਚੁੱਕ ਸਕਦਾ। ਉਹ ਅਜਿਹਾ ਇਸ ਕਰਕੇ ਕਹਿੰਦੇ ਹਨ ਕਿਉਂਕਿ ਉਹਨਾਂ ਦਾ ਕੋਈ ਆਰਥਿਕ ਆਧਾਰ ਨਹੀਂ ਹੁੰਦਾ। ਉਹ ਆਪਣੀਆਂ ਨੌਕਰੀਆਂ ਨਾਲ ਚਿਪਕੇ ਰਹਿੰਦੇ ਹਨ। ਉਹ ਖੇਡ ਨੂੰ ਸੁਰੱਖਿਅਤ ਢੰਗ ਨਾਲ ਖੇਡਦੇ ਹਨ। ਜਦੋਂ ਕੰਪਨੀਆਂ ਦਾ ਆਕਾਰ ਛੋਟਾ ਹੋਣ ਲੱਗਾ ਤਾਂ ਲੱਖਾਂ ਕਰੋੜਾਂ ਲੋਕਾਂ ਨੂੰ ਪਤਾ ਚੱਲਿਆ ਕਿ ਜਿਸ ਨੂੰ ਆਪਣੀ ਸਭ ਤੋਂ ਵੱਡੀ ਸੰਪੱਤੀ ਜਾਂ ਐਸੈਟ ਮੰਨਦੇ ਸਨ, ਯਾਨੀ ਕਿ ਉਹਨਾਂ ਦਾ ਘਰ, ਉਹ ਉਹਨਾਂ ਨੂੰ ਜਿਉਂਦੇ ਜੀ ਮਾਰ ਰਿਹਾ ਹੈ। ਉਹਨਾਂ ਦੀ ਘਰਨਾਮੀ ਸੰਪੱਤੀ ਹਰ ਮਹੀਨੇ ਉਹਨਾਂ ਦੀ ਜੇਬ 'ਚੋਂ ਪੈਸੇ ਕਢਵਾ ਰਹੀ ਸੀ। ਉਹਨਾਂ ਦੀ ਕਾਰ, ਉਹਨਾਂ ਦੀ ਦੂਜੀ ਸੰਪੱਤੀ ਵੀ ਉਹਨਾਂ ਨੂੰ ਜਿਉਂਦੇ ਜੀ ਮਾਰ ਰਹੀ ਸੀ। ਗੈਰੇਜ 'ਚ ਰੱਖੇ $1000 ਵਿੱਚ ਖਰੀਦੇ ਗਏ ਉਹਨਾਂ ਦੇ ਗੋਲਫ ਕਲੱਬ ਹੁਣ $1000 ਦੇ ਨਹੀਂ ਰਹਿ ਗਏ ਸਨ। ਨੌਕਰੀ ਦੀ ਸੁਰੱਖਿਆ ਨਾ ਹੋਣ ਕਾਰਨ ਉਹਨਾਂ ਦੇ ਕੋਲ ਜੀਵਨ ਬਤੀਤ ਕਰਨ ਦਾ ਕੋਈ ਆਧਾਰ ਨਹੀਂ ਸੀ ਬਚਿਆ। ਉਹਨਾਂ ਦੀ ਨਜ਼ਰ 'ਚ ਜਿਹੜੀਆਂ ਸੰਪੱਤੀਆਂ ਸਨ, ਪੈਸੇ ਦੇ ਸੰਕਟ ਦੇ ਸਮੇਂ ਉਹ ਉਹਨਾਂ ਦੀ ਕੁਝ ਵੀ ਸਹਾਇਤਾ ਨਹੀਂ ਸਨ ਕਰ ਸਕਦੀਆਂ। ਮੈਂ ਇਹ ਮੰਨ ਕੇ ਚੱਲ ਰਿਹਾ ਹਾਂ ਕਿ ਸਾਡੇ 'ਚੋਂ ਜ਼ਿਆਦਾਤਰ ਲੋਕਾਂ ਨੇ ਮਕਾਨ ਜਾਂ ਕਾਰ ਖਰੀਦਣ ਲਈ ਬੈਂਕ ਤੋਂ ਲੋਨ ਲੈਣ ਵਾਸਤੇ ਬਿਨੇ ਪੱਤਰ ਭਰਿਆ ਹੈ। ਨੈੱਟਵਰਥ ਖੰਡ ਉੱਤੇ ਨਜ਼ਰਸਾਨੀ ਕਰਨਾ ਹਮੇਸ਼ਾ ਰੌਚਕ ਰਹਿੰਦਾ ਹੈ। ਇਹ ਰੌਚਕ ਇਸ ਕਰਕੇ ਹੁੰਦਾ ਹੈ ਕਿਉਂਕਿ ਇਸ ਨਾਲ ਅਸੀਂ ਇਹ ਜਾਣ ਲੈਂਦੇ ਹਾਂ ਕਿ ਬੈਂਕਿੰਗ ਤੇ ਅਕਾਊਂਟਿੰਗ 'ਚ ਕਿਹੜੀਆਂ ਵਸਤਾਂ ਨੂੰ ਸੰਪੱਤੀ ਮੰਨਿਆ ਜਾਂਦਾ ਹੈ। ਇੱਕ ਦਿਨ ਕਰਜ਼ ਲੈਣ ਲਈ ਮੇਰੀ ਮਾਲੀ ਹਾਲਤ ਬਹੁਤੀ ਚੰਗੀ ਨਹੀਂ ਸੀ, ਇਸ ਲਈ ਮੈਂ ਆਪਣੇ ਨਵੇਂ ਗੋਲਫ ਕਲੱਬ, ਮੇਰੇ ਆਰਟ ਕਲੈਕਸ਼ਨ, ਕਿਤਾਬਾਂ, ਸਟੀਰੀਓ, ਟੈਲੀਵਿਜ਼ਨ, ਅਰਮਾਨੀ ਸੂਟਸ, ਹੱਥ ਘੜੀਆਂ ਤੇ ਹੋਰ ਚੀਜ਼ਾਂ ਨੂੰ ਸੰਪੱਤੀ ਵਾਲੇ ਕਾਲਮ ਵਿੱਚ ਦਰਸਾ ਦਿੱਤਾ ਸੀ। ਮੇਰੇ ਕਰਜ਼ ਦੇ ਬਿਨੇ ਪੱਤਰ ਨੂੰ ਨਾ ਮਨਜ਼ੂਰ ਕਰ ਦਿੱਤਾ ਗਿਆ ਕਿਉਂਕਿ ਮੇਰਾ ਬਹੁਤ ਜ਼ਿਆਦਾ ਨਿਵੇਸ਼ ਰੀਅਲ ਐਸਟੇਟ ਸੀ। ਲੋਨ ਕਮੇਟੀ ਨੂੰ ਇਹ ਪਸੰਦ ਨਹੀਂ ਸੀ ਆਇਆ ਕਿ ਮੈਂ ਅਪਾਰਟਮੈਂਟ ਹਾਊਸਿਸ ਤੋਂ ਇੰਨਾ ਜ਼ਿਆਦਾ ਪੈਸਾ ਕਮਾ ਰਿਹਾ ਸੀ। ਉਹ ਇਹ ਪਤਾ ਕਰਨਾ ਚਾਹੁੰਦੇ ਸਨ ਕਿ ਮੇਰੇ ਕੋਲ ਇੱਕ ਆਮ ਨੌਕਰੀ ਕਿਉਂ ਨਹੀਂ ਹੈ ਜਿਸ ਤੋਂ ਤਨਖਾਹ ਮਿਲਦੀ ਹੋਵੇ। ਉਹਨਾਂ ਨੇ ਮੇਰੇ ਅਰਮਾਨੀ ਸੂਟਸ, ਗੋਲਫ ਕਲੱਬ ਜਾਂ ਆਰਟ ਕਲੈਕਸ਼ਨ ਬਾਬਤ ਕੋਈ ਸਵਾਲ ਨਹੀਂ ਕੀਤਾ। ਜ਼ਿੰਦਗੀ ਕਈ ਵਾਰੀ ਮੁਸ਼ਕਿਲ ਹੋ ਜਾਂਦੀ ਹੈ ਜਦੋਂ ਤੁਸੀਂ ਸਟੈਂਡਰਡ ਪ੍ਰੋਫਾਈਲ ਵਿੱਚ ਫਿੱਟ ਨਹੀਂ ਹੋ ਪਾਉਂਦੇ ਕਿਉਂਕਿ ਤੁਸੀਂ ਕੁਝ ਡਿਫਰੈਂਟ ਸੋਚ ਰਹੇ ਹੁੰਦੇ ਹੋ। ਮੈਂ ਹਰ ਵਾਰੀ ਚੌਂਕ ਜਾਂਦਾ ਹਾਂ ਜਦੋਂ ਮੈਂ ਕਿਸੇ ਨੂੰ ਇਹ ਕਹਿੰਦੇ ਹੋਏ ਸੁਣਦਾ ਹਾਂ ਕਿ ਉਸਦੇ ਕੋਲ 1 ਕਰੋੜ ਰੁਪਏ ਦੇ ਐਸੈਟ ਜਾਂ ਸੰਪੱਤੀ ਹੈ ਜਾਂ 10 ਕਰੋੜ ਰੁਪਏ ਦੇ ਐਸੈਟ ਹਨ। ਇਹ ਚੀਜ਼ ਠੀਕ ਨਹੀਂ ਹੈ ਅਤੇ ਇਸ ਦਾ ਇੱਕ ਕਾਰਨ ਇਹ ਹੈ ਕਿ ਜਿਸ ਪਲ ਤੁਸੀਂ ਆਪਣੇ ਐਸੈਟਸ ਨੂੰ ਵੇਚਣਾ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਉਸ ਉੱਤੇ ਮਿਲੇ ਪੈਸਿਆਂ ਤੇ ਟੈਕਸ ਚੁਕਾਉਣਾ ਪੈਂਦਾ ਹੈ। ਬਹੁਤ ਸਾਰੇ ਲੋਕ ਆਪਣੇ ਆਪ ਨੂੰ ਪੈਸੇ ਦੇ ਗਹਿਰੇ ਸੰਕਟ ਵਿੱਚ ਪਾ ਲੈਂਦੇ ਹਨ ਜਦੋਂ ਉਹਨਾਂ ਦੀ ਆਮਦਨ ਘੱਟ ਹੋ ਜਾਂਦੀ ਹੈ। ਪੈਸਾ ਜੁਟਾਉਣ ਲਈ ਉਹ ਆਪਣੀਆਂ ਸੰਪੱਤੀਆਂ ਐਸੈਟਸ ਵੇਚਦੇ ਹਨ। ਪਹਿਲਾਂ ਤਾਂ ਉਹਨਾਂ ਦੀਆਂ ਨਿੱਜੀ ਸੰਪੱਤੀਆਂ ਆਮ ਕਰਕੇ ਉਸ ਮੁੱਲ ਤੋਂ ਬਹੁਤ ਘੱਟ ਉੱਤੇ ਵਿਕਦੀਆਂ ਹਨ ਜਿਹੜੇ ਮੁੱਲ ਤੇ ਉਹਨਾਂ ਨੇ ਇਸ ਨੂੰ ਖਰੀਦਿਆ ਸੀ, ਜਾਂ ਜੇਕਰ ਸੰਪੱਤੀ ਐਸੈਟਸ ਨੂੰ ਵੇਚਣ ਨਾਲ ਕੋਈ ਫਾਇਦਾ ਹੁੰਦਾ ਹੈ ਤਾਂ ਉਸ ਉੱਤੇ ਟੈਕਸ ਲਾ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਇੱਕ ਵਾਰ ਫਿਰ ਸਰਕਾਰ ਫਾਇਦੇ ਵਿੱਚੋਂ ਆਪਣਾ ਹਿੱਸਾ ਲੈ ਲੈਂਦੀ ਹੈ ਤੇ ਇੰਜ ਕਰਜ਼ ਤੋਂ ਨਜਿੱਠਣ ਵਾਸਤੇ ਜੁਟਾਈ ਜਾਣ ਵਾਲੀ ਰਕਮ ਨੂੰ ਹੋਰ ਘੱਟ ਕਰ ਦਿੰਦੀ ਹੈ। ਆਪਣੇ ਕੰਮ ਨਾਲ ਕੰਮ ਰੱਖਣਾ ਸ਼ੁਰੂ ਕਰ ਦਿਓ। ਦਿਨ ਦੀ ਨੌਕਰੀ ਨੂੰ ਕਰਦੇ ਰਹੋ, ਪਰ ਅਸਲੀ ਸੰਪੱਤੀ ਐਸੈਟਸ ਨੂੰ ਵੀ ਖਰੀਦਣਾ ਸ਼ੁਰੂ ਕਰ ਦਿਓ। ਪਰ ਇਹੋ ਜਿਹੀਆਂ ਦੇਣਦਾਰੀਆਂ ਜਾਂ ਨਿੱਜੀ ਚੀਜ਼ਾਂ ਲੈਣ ਤੋਂ ਬਚੋ ਜਿਨ੍ਹਾਂ ਦੀ ਕੀਮਤ ਇੱਕ ਵਾਰੀ ਘਰ ਲਿਆਉਣ ਤੇ ਘੱਟ ਹੋ ਜਾਵੇ। ਤੁਸੀਂ ਜਿਸ ਪਲ ਇੱਕ ਨਵੀਂ ਕਾਰ ਨੂੰ ਸ਼ੋਅਰੂਮ ਤੋਂ ਬਾਹਰ ਕੱਢ ਲੈਂਦੇ ਹੋ ਤਾਂ ਉਸ ਦੀ ਕੀਮਤ 25% ਘੱਟ ਹੋ ਜਾਂਦੀ ਹੈ। ਇਹ ਸੱਚੀ ਸੰਪੱਤੀ ਨਹੀਂ ਹੈ। ਹਾਲਾਂਕਿ ਤੁਹਾਡੇ ਬੈਂਕਰ ਇਸ ਨੂੰ ਸੰਪੱਤੀ ਮੰਨਦੇ ਹਨ, ਪਰ ਇਸ ਕਿਤਾਬ ਨੂੰ ਸੁਣਨ ਤੋਂ ਬਾਅਦ ਤੁਸੀਂ ਇਸ ਨੂੰ ਸੰਪੱਤੀ ਨਾ ਹੀ ਮੰਨੋ ਤਾਂ ਬਿਹਤਰ ਹੈ। ਨੌਜਵਾਨਾਂ ਲਈ ਤਾਂ ਇਹ ਠੀਕ ਹੈ ਕਿ ਉਹ ਆਪਣੇ ਖਰਚ ਘੱਟ ਕਰ ਲੈਣ, ਆਪਣੀਆਂ ਦੇਣਦਾਰੀਆਂ ਨੂੰ ਘਟਾ ਲੈਣ ਤੇ ਮਿਹਨਤ ਨਾਲ ਠੋਸ ਸੰਪੱਤੀਆਂ ਦਾ ਆਧਾਰ ਬਣਾ ਲੈਣ। ਬੱਚਿਆਂ ਨੂੰ ਇਹ ਸਿਖਾਇਆ ਜਾਣਾ ਚਾਹੀਦਾ ਹੈ ਕਿ ਸੰਪੱਤੀ, ਐਸੈਟਸ ਤੇ ਦੇਣਦਾਰੀ ਦੇ ਵਿਚਕਾਰ ਕੀ ਫਰਕ ਹੁੰਦਾ ਹੈ।
ਘਰ ਛੱਡਣ ਤੋਂ ਪਹਿਲਾਂ ਹੀ ਉਹਨਾਂ ਨੂੰ ਸੰਪत्ति ਵਾਲੇ ਕਾਲਮ ਨੂੰ ਬਣਾਉਣ ਦੀ ਪ੍ਰੇਰਨਾ ਦਿੱਤੀ ਜਾਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਕਿ ਉਹ ਘਰ ਛੱਡਣ, ਵਿਆਹ ਕਰਨ, ਘਰ ਖਰੀਦਣ, ਬੱਚੇ ਪੈਦਾ ਕਰਨ, ਖਤਰਨਾਕ ਆਰਥਿਕ ਸਥਿਤੀ 'ਚ ਫਸਣ, ਨੌਕਰੀ ਨੂੰ ਕੱਸ ਕੇ ਫੜ ਲੈਣ ਤੇ ਹਰ ਚੀਜ਼ ਨੂੰ ਉਧਾਰ ਖਰੀਦਣ। ਮੈਂ ਬਹੁਤ ਸਾਰੇ ਨੌਜਵਾਨ ਜੋੜਿਆਂ ਨੂੰ ਦੇਖਦਾ ਹਾਂ ਜਿਨ੍ਹਾਂ ਨੇ ਵਿਆਹ ਕਰ ਲਿਆ ਹੈ ਤੇ ਆਪਣੇ ਆਪ ਨੂੰ ਇਹੋ ਜਿਹੇ ਜਾਲ 'ਚ ਫਸਾ ਲਿਆ ਹੈ ਜਿਸ ਨਾਲ ਉਹ ਆਪਣੀ ਨੌਕਰੀ ਦੇ ਬਹੁਤ ਸਾਲਾਂ ਤੱਕ ਕਰਜ਼ ਤੋਂ ਬਾਹਰ ਨਹੀਂ ਨਿਕਲ ਪਾਉਣਗੇ। ਜਦੋਂ ਬੱਚੇ ਘਰ ਛੱਡ ਕੇ ਆਪਣੀ ਨਵੀਂ ਫੈਮਿਲੀ ਬਣਾਉਣ ਚਲੇ ਜਾਂਦੇ ਹਨ ਤਦੋਂ ਜ਼ਿਆਦਾਤਰ ਲੋਕਾਂ ਨੂੰ ਇਹ ਅਹਿਸਾਸ ਹੁੰਦਾ ਹੈ ਕਿ ਉਹਨਾਂ ਨੇ ਰਿਟਾਇਰਮੈਂਟ ਦੀ ਪੂਰੀ ਤਿਆਰੀ ਨਹੀਂ ਸੀ ਕੀਤੀ ਤੇ ਉਹ ਥੋੜਾ ਪੈਸਾ ਵੱਖਰਾ ਰੱਖਣਾ ਸ਼ੁਰੂ ਕਰ ਦਿੰਦੇ ਹਨ। ਫਿਰ ਉਹਨਾਂ ਦੇ ਆਪਣੇ ਮੰਮੀ ਪਾਪਾ ਬਿਮਾਰ ਹੋ ਜਾਂਦੇ ਹਨ ਤੇ ਉਹਨਾਂ ਕੋਲ ਨਵੀਆਂ ਜ਼ਿੰਮੇਵਾਰੀਆਂ ਜਾਂ ਦੇਣਦਾਰੀਆਂ ਆ ਜਾਂਦੀਆਂ ਹਨ। ਮੈਂ ਤੁਹਾਨੂੰ ਜਾਂ ਤੁਹਾਡੇ ਬੱਚਿਆਂ ਨੂੰ ਕਿਸ ਤਰ੍ਹਾਂ ਦੀਆਂ ਸੰਪત્ਤੀਆਂ ਨੂੰ ਇਕੱਠਾ ਕਰਨ ਦੀ ਪ੍ਰੇਰਨਾ ਦੇ ਰਿਹਾ ਹਾਂ। ਮੇਰੀ ਦੁਨੀਆ ਅੰਦਰ ਅਸਲ 'ਚ ਸੰਪत्ति ਕਈ ਪ੍ਰਕਾਰ ਦੀ ਹੁੰਦੀ ਹੈ, ਜਿਵੇਂ ਕਿ ਇਹੋ ਜਿਹੇ ਬਿਜ਼ਨਸ ਜਿਨ੍ਹਾਂ ਅੰਦਰ ਮੇਰੇ ਹੋਣ ਦੀ ਲੋੜ ਨਾ ਹੋਵੇ। ਮੈਂ ਉਹਨਾਂ ਦਾ ਮਾਲਕ ਜ਼ਰੂਰ ਹੋਵਾਂ ਪਰ ਉਹਨਾਂ ਨੂੰ ਦੂਜੇ ਲੋਕ ਚਲਾਉਂਦੇ ਹੋਣ। ਜੇਕਰ ਮੈਨੂੰ ਉਹੀ ਕੰਮ ਕਰਨਾ ਪਵੇ ਤਾਂ ਇਹ ਬਿਜ਼ਨਸ ਨਹੀਂ ਹੋਵੇਗਾ, ਇਹ ਮੇਰੀ ਨੌਕਰੀ ਹੋਵੇਗੀ। ਸਟਾਕ, ਮਿਊਚੁਅਲ ਫੰਡ, ਆਮਦਨ ਦੇਣ ਵਾਲੀ ਰੀਅਲ ਐਸਟੇਟ, ਨੋਟਸ, IOU, ਬੌਧਿਕ ਸੰਪਦਾ ਜਿਵੇਂ ਸੰਗੀਤ, ਸਕ੍ਰਿਪਟ, ਪੇਟੈਂਟ ਆਦਿ ਤੋਂ ਮਿਲਣ ਵਾਲੀ ਰਾਇਲਟੀ ਅਤੇ ਹਰ ਇਹੋ ਜਿਹੀ ਚੀਜ਼ ਜਿਹੜੀ ਕੀਮਤੀ ਹੈ, ਜੋ ਆਮਦਨ ਦਿੰਦੀ ਹੈ ਤੇ ਜਿਸ ਦਾ ਮੁੱਲ ਵੱਧਦਾ ਜਾਂਦਾ ਹੈ ਅਤੇ ਜਿਸ ਦਾ ਬਾਜ਼ਾਰ ਤਿਆਰ ਹੈ। ਜਦੋਂ ਮੈਂ ਛੋਟਾ ਸੀ ਤਦੋਂ ਮੇਰੇ ਪੜ੍ਹੇ ਲਿਖੇ ਡੈਡੀ ਨੇ ਮੈਨੂੰ ਇੱਕ ਸੁਰੱਖਿਅਤ ਨੌਕਰੀ ਲੱਭਣ ਦੀ ਸਲਾਹ ਦਿੱਤੀ। ਦੂਜੇ ਪਾਸੇ ਮੇਰੇ ਅਮੀਰ ਡੈਡੀ ਨੇ ਮੈਨੂੰ ਇਹੋ ਜਿਹੀਆਂ ਸੰਪत्तियां ਇਕੱਠਾ ਕਰਨ ਦੀ ਸਲਾਹ ਦਿੱਤੀ ਜਿਨ੍ਹਾਂ ਨੂੰ ਮੈਂ ਪਸੰਦ ਕਰਦਾ ਸੀ। ਜੇਕਰ ਤੁਸੀਂ ਇਹਨਾਂ ਨੂੰ ਪਸੰਦ ਨਹੀਂ ਕਰਦੇ ਤਾਂ ਤੁਸੀਂ ਇਹਨਾਂ ਦਾ ਧਿਆਨ ਨਹੀਂ ਰੱਖ ਪਾਓਗੇ। ਮੈਂ ਰੀਅਲ ਏਸਟੇਟ ਇਸੇ ਵਾਸਤੇ ਇਕੱਠਾ ਕਰਦਾ ਹਾਂ ਕਿਉਂਕਿ ਮੈਨੂੰ ਇਮਾਰਤਾਂ ਤੇ ਜ਼ਮੀਨ ਨਾਲ ਪਿਆਰ ਹੈ। ਮੈਂ ਉਹਨਾਂ ਦੇ ਵਾਸਤੇ ਸ਼ਾਪਿੰਗ ਕਰਨਾ ਵੀ ਪਸੰਦ ਕਰਦਾ ਹਾਂ। ਮੈਂ ਸਾਰਾ ਦਿਨ ਉਹਨਾਂ ਨੂੰ ਦੇਖ ਸਕਦਾ ਹਾਂ। ਜਦੋਂ ਸਮੱਸਿਆਵਾਂ ਆਉਂਦੀਆਂ ਹਨ ਤਾਂ ਸਮੱਸਿਆਵਾਂ ਉਨੀਆਂ ਬੁਰੀਆਂ ਨਹੀਂ ਹੁੰਦੀਆਂ ਕਿ ਉਹਨਾਂ ਦੇ ਕਾਰਨ ਰੀਅਲ ਐਸਟੇਟ ਲਈ ਮੇਰਾ ਪਿਆਰ ਘੱਟ ਹੋ ਜਾਵੇ। ਇਹੋ ਜਿਹੇ ਲੋਕ ਜਿਹੜੇ ਰੀਅਲ ਐਸਟੇਟ ਨਾਲ ਨਫ਼ਰਤ ਕਰਦੇ ਹਨ ਉਹਨਾਂ ਨੂੰ ਇਹ ਨਹੀਂ ਖਰੀਦਣੀਆਂ ਚਾਹੀਦੀਆਂ। ਮੈਨੂੰ ਛੋਟੀ ਕੰਪਨੀਆਂ ਦੇ ਸਟਾਕ ਨਾਲ ਵੀ ਪਿਆਰ ਹੈ, ਖਾਸ ਕਰਕੇ ਨਵੀਂ ਕੰਪਨੀਆਂ ਦੇ ਸਟਾਕ ਨਾਲ। ਇਸ ਦਾ ਕਾਰਨ ਇਹ ਹੈ ਕਿ ਮੈਂ ਐਂਟਰਪ੍ਰੈਨਿਓਰ ਹਾਂ, ਨਾ ਕਿ ਕਾਰਪੋਰੇਟ। ਆਪਣੇ ਸ਼ੁਰੂਆਤੀ ਸਾਲਾਂ 'ਚ ਮੈਂ ਵੱਡੇ ਸੰਗਠਨਾਂ 'ਚ ਕੰਮ ਕਰ ਚੁੱਕਿਆ ਹਾਂ, ਜਿਵੇਂ ਕੈਲੀਫੋਰਨੀਆ ਦੇ ਸਟੈਂਡਰਡ, US ਮੈਰੀਨ ਕਾਰਪਸ ਅਤੇ ਜ਼ੀਰੋਕਸ ਕਾਰਪੋਰੇਸ਼ਨ 'ਚ। ਮੈਂ ਇਹਨਾਂ ਕੰਪਨੀਆਂ 'ਚ ਬਿਤਾਏ ਸਮੇਂ ਦਾ ਮਜ਼ਾ ਲਿਆ ਹੈ ਤੇ ਮੇਰੇ ਕੋਲ ਕਈ ਸੁੱਖ ਦੀ ਯਾਦਾਂ ਵੀ ਹਨ, ਪਰ ਅੰਦਰੋਂ ਮੈਂ ਕੰਪਨੀ ਲਈ ਕੰਮ ਕਰਨ ਵਾਲਾ ਵਿਅਕਤੀ ਨਹੀਂ ਹਾਂ। ਮੈਨੂੰ ਕੰਪਨੀ ਸ਼ੁਰੂ ਕਰਨਾ ਚੰਗਾ ਲੱਗਦਾ ਹੈ ਪਰ ਉਹਨਾਂ ਨੂੰ ਚਲਾਉਣਾ ਉਨਾ ਚੰਗਾ ਨਹੀਂ ਲੱਗਦਾ। ਇਸ ਲਈ ਮੈਂ ਜਿਹੜੇ ਸ਼ੇਅਰ ਖਰੀਦਦਾ ਹਾਂ ਉਹ ਵੀ ਆਮ ਕਰਕੇ ਛੋਟੀਆਂ ਕੰਪਨੀਆਂ ਦੇ ਹੁੰਦੇ ਹਨ ਤੇ ਕਈ ਵਾਰੀ ਤਾਂ ਮੈਂ ਕੰਪਨੀ ਸ਼ੁਰੂ ਕਰਕੇ ਉਸ ਨੂੰ ਪਬਲਿਕ ਬਣਾ ਦਿੰਦਾ ਹਾਂ। ਨਵੇਂ ਸਟਾਕ ਦੇ ਸ਼ੇਅਰ 'ਚ ਕਿਸਮਤ ਚਮਕ ਸਕਦੀ ਹੈ ਅਤੇ ਮੈਨੂੰ ਇਹ ਖੇਡ ਪਸੰਦ ਵੀ ਹੈ। ਕਈ ਲੋਕ ਘੱਟ ਪੂੰਜੀ ਵਾਲੀਆਂ ਕੰਪਨੀਆਂ ਤੋਂ ਡਰਦੇ ਹਨ। ਜੇਕਰ ਤੁਸੀਂ ਨਿਵੇਸ਼ ਨਾਲ ਪਿਆਰ ਕਰਦੇ ਹੋ, ਉਸ ਨੂੰ ਸਮਝਦੇ ਹੋ ਤੇ ਖੇਡ ਚੰਗੀ ਤਰ੍ਹਾਂ ਜਾਣਦੇ ਹੋ। ਛੋਟੀਆਂ ਕੰਪਨੀਆਂ ਬਾਰੇ ਮੇਰੀ ਰਣਨੀਤੀ ਇਹ ਹੁੰਦੀ ਹੈ ਕਿ 1 ਸਾਲ 'ਚ ਆਪਣੇ ਸ਼ੇਅਰ ਵੇਚ ਦਿੱਤੇ ਜਾਣ। ਦੂਜੇ ਪਾਸੇ ਮੇਰੀ ਰੀਅਲ ਐਸਟੇਟ ਦੀ ਰਣਨੀਤੀ ਛੋਟੀ ਪ੍ਰਾਪਰਟੀ ਨਾਲ ਸ਼ੁਰੂ ਕਰਨ ਦੀ ਹੁੰਦੀ ਹੈ। ਫਿਰ ਮੈਂ ਉਸ ਛੋਟੀ ਪ੍ਰਾਪਰਟੀ ਨੂੰ ਵੇਚ ਕੇ ਉਸ ਤੋਂ ਥੋੜੀ ਵੱਡੀ ਪ੍ਰਾਪਰਟੀ ਲੈ ਲੈਂਦਾ ਹਾਂ ਤੇ ਇਸ ਤਰ੍ਹਾਂ ਆਪਣੇ ਫਾਇਦੇ ਉੱਤੇ ਟੈਕਸ ਚੁਕਾਉਣ ਤੋਂ ਬਚਦਾ ਰਹਿੰਦਾ ਹਾਂ। ਇਸ ਨਾਲ ਪ੍ਰਾਪਰਟੀ ਦੀ ਕੀਮਤ 'ਚ ਨਾਟਕੀ ਤੌਰ ਤੇ ਵਾਧਾ ਹੁੰਦਾ ਹੈ। ਮੈਂ ਆਮ ਕਰਕੇ ਰੀਅਲ ਐਸਟੇਟ ਨੂੰ 7 ਸਾਲ ਤੋਂ ਵੀ ਘੱਟ ਸਮੇਂ ਤੱਕ ਆਪਣੇ ਕੋਲ ਰੱਖਦਾ ਹਾਂ। ਦੋਸਤੋ, ਤੁਸੀਂ ਅਜਿਹਾ ਸੋਚ ਰਹੇ ਹੋਵੋਗੇ ਕਿ ਰਾਬਰਟ ਅਜਿਹਾ ਕਿਉਂ ਕਹਿ ਰਹੇ ਹਨ ਕਿ ਉਹ ਇੱਕ ਛੋਟੀ ਪ੍ਰਾਪਰਟੀ ਨੂੰ ਵੇਚ ਕੇ ਇੱਕ ਵੱਡੀ ਪ੍ਰਾਪਰਟੀ ਲੈ ਲੈਂਦੇ ਹਨ ਅਤੇ ਟੈਕਸ ਦੇਣ ਤੋਂ ਬਚ ਜਾਂਦੇ ਹਨ। ਐਕਚੁਅਲੀ ਅਮਰੀਕਾ 'ਚ ਇੱਕ ਲਾਅ ਹੈ 1031 ਲਾਈਕ ਐਂਡ ਐਕਸਚੇਂਜ, ਯਾਨੀ ਜੇਕਰ ਤੁਸੀਂ ਇੱਕ ਪ੍ਰਾਪਰਟੀ 1 ਕਰੋੜ ਦੀ ਵੇਚਦੇ ਹੋ ਅਤੇ ਦੂਸਰੀ ਪ੍ਰਾਪਰਟੀ 1 ਕਰੋੜ ਜਾਂ ਜ਼ਿਆਦਾ ਦੀ ਖਰੀਦਦੇ ਹੋ ਤਾਂ ਤੁਹਾਨੂੰ ਉਸ ਤੇ ਟੈਕਸ ਨਹੀਂ ਦੇਣਾ ਪੈਂਦਾ। ਇਹ ਲਾਅ ਇੰਡੀਆ ਵਿੱਚ ਨਹੀਂ ਹੈ, ਇਸ ਲਈ ਇਹ ਸਾਡੇ ਲਈ ਵੈਲਿਡ ਨਹੀਂ ਹੈ। ਸਾਡੇ ਦੇਸ਼ ਵਿੱਚ ਇਸ ਨਾਲ ਮਿਲਦਾ ਜੁਲਦਾ ਇੱਕ ਲਾਅ ਕੈਪੀਟਲ ਗੇਨ ਐਗਜ਼ੈਂਪਸ਼ਨ ਸੈਕਸ਼ਨ 54 'ਚ ਆਉਂਦਾ ਹੈ, ਜਿਹੜਾ ਇਹ ਕਹਿੰਦਾ ਹੈ ਕਿ ਜੇਕਰ ਤੁਹਾਡੇ ਨਾਂ ਤੇ ਕੋਈ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਹੈ ਜਿਸ ਨੂੰ ਕਿ ਤੁਸੀਂ 50 ਲੱਖ 'ਚ ਖਰੀਦਿਆ ਸੀ ਅਤੇ ਤੁਸੀਂ ਇਸ ਨੂੰ 1 ਕਰੋੜ 'ਚ ਵੇਚ ਦਿੰਦੇ ਹੋ, ਯਾਨੀ ਕਿ ਤੁਹਾਡਾ ਪ੍ਰੋਫਿਟ 1 ਕਰੋੜ ਮਾਈਨਸ 50 ਲੱਖ = 50 ਲੱਖ ਹੈ, ਤਾਂ ਨਾਰਮਲੀ ਤੁਹਾਨੂੰ 50 ਲੱਖ ਤੇ ਟੈਕਸ ਦੇਣਾ ਪੈਂਦਾ ਹੈ। ਪਰ ਇਸ ਲਾਅ ਦੇ ਅਕੋਰਡਿੰਗ ਜੇਕਰ ਅਸੀਂ 2 ਕਰੋੜ ਦੇ ਪ੍ਰੋਫਿਟ ਤੋਂ 1 ਜਾਂ 2 ਰੈਜ਼ੀਡੈਂਸ਼ੀਅਲ ਪ੍ਰਾਪਰਟੀਜ਼ ਖਰੀਦ ਲੈਂਦੇ ਹਾਂ ਤਾਂ ਅਸੀਂ ਟੈਕਸ ਦੇਣ ਤੋਂ ਬਚ ਸਕਦੇ ਹਾਂ। ਪਰ ਇਸ ਲਾਅ ਦਾ ਫਾਇਦਾ ਅਸੀਂ ਜ਼ਿੰਦਗੀ 'ਚ ਇੱਕ ਹੀ ਵਾਰ ਉਠਾ ਸਕਦੇ ਹਾਂ। ਮੈਨੂੰ ਆਸ ਹੈ ਕਿ ਤੁਹਾਨੂੰ ਇਹ ਇੰਟਰਸਟਿੰਗ ਗੱਲ ਸੁਣ ਕੇ ਚੰਗਾ ਲੱਗਿਆ ਹੋਵੇਗਾ। ਇਹ ਲਾਅ 2023 'ਚ ਐਪਲੀਕੇਬਲ ਹੈ, ਪਰ ਜੇਕਰ ਤੁਸੀਂ ਇਸ ਕਿਤਾਬ ਨੂੰ ਕਾਫੀ ਬਾਅਦ 'ਚ ਸੁਣ ਰਹੇ ਹੋ ਤਾਂ ਹੋ ਸਕਦਾ ਹੈ ਕਿ ਇਸ ਨੂੰ ਗਵਰਨਮੈਂਟ ਚੇਂਜ ਕਰ ਦੇਵੇ। ਇਸ ਲਈ ਤੁਸੀਂ ਆਪਣੇ ਵਿੱਤੀ ਸਲਾਹਕਾਰ ਤੋਂ ਇਹ ਪੁੱਛ ਸਕਦੇ ਹੋ ਅਤੇ ਇਸ ਲਾਅ ਦਾ ਫਾਇਦਾ ਲੈ ਸਕਦੇ ਹੋ। ਚਲੋ ਹੁਣ ਅੱਗੇ ਵਧਦੇ ਹਾਂ। ਰਾਬਰਟ ਕਹਿੰਦੇ ਹਨ ਕਿ ਜਦੋਂ ਮੈਂ ਮੈਰੀਨ ਕਾਰਪਸ ਤੇ ਜ਼ੀਰੋਕਸ ਸੀ ਤਦੋਂ ਵੀ ਮੈਂ ਉਹੀ ਕੰਮ ਕੀਤਾ ਜਿਹੜਾ ਮੈਨੂੰ ਮੇਰੇ ਅਮੀਰ ਡੈਡੀ ਨੇ ਸਿਖਾਇਆ ਸੀ। ਮੈਂ ਆਪਣੀ ਦਿਨ ਦੀ ਨੌਕਰੀ ਕਰਦਾ ਸੀ ਪਰ ਮੈਂ ਆਪਣੇ ਕੰਮ ਨਾਲ ਕੰਮ ਵੀ ਰੱਖਦਾ ਸੀ। ਮੈਂ ਆਪਣੀ ਸੰਪत्ति ਵਾਲੇ ਕਾਲਮ 'ਚ ਕੁਝ ਨਾ ਕੁਝ ਵਾਧਾ ਕਰਦਾ ਰਹਿੰਦਾ ਸੀ। ਮੈਂ ਰੀਅਲ ਐਸਟੇਟ ਅਤੇ ਛੋਟੇ-ਛੋਟੇ ਸਟਾਕਸ ਦੀ ਖਰੀਦੋ ਫਰੋਖਤ ਵੀ ਕਰਦਾ ਸੀ।
ਅਮੀਰ ਡੈਡੀ ਨੇ ਹਮੇਸ਼ਾ ਪੈਸਿਆਂ ਦੀ ਸਮਝ ਦੇ ਮਹੱਤਵ 'ਤੇ ਜ਼ੋਰ ਦਿੱਤਾ। ਜਿੰਨੀ ਚੰਗੀ ਤਰ੍ਹਾਂ ਮੈਂ ਅਕਾਊਂਟਿੰਗ ਤੇ ਕੈਸ਼ ਮੈਨੇਜਮੈਂਟ ਨੂੰ ਸਮਝ ਸਕਦਾ ਸੀ, ਉਨਾ ਹੀ ਚੰਗੀ ਤਰ੍ਹਾਂ ਮੈਂ ਨਿਵੇਸ਼ਾਂ ਦਾ ਵਿਸ਼ਲੇਸ਼ਣ ਕਰ ਸਕਦਾ ਸੀ ਅਤੇ ਅੰਤ ਵਿੱਚ ਆਪਣੀ ਕੰਪਨੀ ਨੂੰ ਸ਼ੁਰੂ ਕਰਕੇ ਉਸ ਨੂੰ ਸਫਲ ਵੀ ਬਣਾ ਸਕਦਾ ਸੀ। ਜਦੋਂ ਤੱਕ ਕੋਈ ਪਹਿਲਾਂ ਤੋਂ ਹੀ ਇਹੋ ਜਿਹਾ ਨਾ ਸੋਚ ਰਿਹਾ ਹੋਵੇ, ਮੈਂ ਕਿਸੇ ਨੂੰ ਵੀ ਆਪਣੀ ਕੰਪਨੀ ਬਣਾਉਣ ਲਈ ਉਤਸ਼ਾਹਿਤ ਨਹੀਂ ਕਰਦਾ। ਮੈਂ ਜਾਣਦਾ ਹਾਂ ਕਿ ਕੰਪਨੀ ਚਲਾਉਣ 'ਚ ਕਿੰਨੀਆਂ ਮੁਸ਼ਕਲਾਂ ਹੁੰਦੀਆਂ ਹਨ। ਮੈਂ ਨਹੀਂ ਚਾਹੁੰਦਾ ਕਿ ਤੁਸੀਂ ਉਸ ਪਰੇਸ਼ਾਨੀ 'ਚ ਫਸੋ। ਕਈ ਵਾਰ ਇਹੋ ਜਿਹਾ ਵੀ ਸਮਾਂ ਆਉਂਦਾ ਹੈ ਜਦੋਂ ਲੋਕਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਤੇ ਉਹਨਾਂ ਲਈ ਕੰਪਨੀ ਸ਼ੁਰੂ ਕਰਨਾ ਇੱਕ ਹੱਲ ਹੁੰਦਾ ਹੈ, ਪਰ ਸਫਲਤਾ ਦੇ ਅਵਸਰ ਬਹੁਤ ਘੱਟ ਹਨ। 10 ਵਿੱਚੋਂ 9 ਕੰਪਨੀਆਂ 5 ਸਾਲਾਂ 'ਚ ਹੀ ਡੁੱਬ ਜਾਂਦੀਆਂ ਹਨ। ਪਹਿਲੇ 5 ਸਾਲਾਂ ਵਿੱਚ ਜਿਹੜੀਆਂ ਕੰਪਨੀਆਂ ਬਚੀਆਂ ਰਹਿੰਦੀਆਂ ਹਨ, ਉਹਨਾਂ 'ਚੋਂ ਵੀ 9 ਕੰਪਨੀਆਂ ਬਾਅਦ ਵਿੱਚ ਬੰਦ ਹੋ ਜਾਂਦੀਆਂ ਹਨ। ਤਾਂ ਜੇਕਰ ਤੁਹਾਡੀ ਪਹਿਲਾਂ ਤੋਂ ਹੀ ਆਪਣੀ ਕੰਪਨੀ ਸ਼ੁਰੂ ਕਰਨ ਦੀ ਇੱਛਾ ਹੋਵੇ, ਤਦੋਂ ਹੀ ਮੈਂ ਇਸ ਦੀ ਸਲਾਹ ਦਿਆਂਗਾ। ਨਹੀਂ ਤਾਂ ਆਪਣੀ ਦਿਨ ਦੀ ਨੌਕਰੀ ਕਰਦੇ ਰਹੋ ਤੇ ਆਪਣੇ ਕੰਮ ਨਾਲ ਕੰਮ ਰੱਖੋ। ਜਦੋਂ ਮੈਂ ਕਹਿੰਦਾ ਹਾਂ ਕਿ ਆਪਣੇ ਕੰਮ ਨਾਲ ਕੰਮ ਰੱਖੋ, ਤਾਂ ਮੇਰਾ ਮਤਲਬ ਇਹ ਹੈ ਕਿ ਤੁਸੀਂ ਆਪਣੀ ਸੰਪੱਤੀ ਐਸੈਟਸ ਵਾਲੇ ਕਾਲਮ ਨੂੰ ਜ਼ਿਆਦਾ ਮਜ਼ਬੂਤ ਬਣਾਉਂਦੇ ਰਹੋ। ਇੱਕ ਵਾਰ ਜਦੋਂ ਇਸ ਵਿੱਚ 100 ਰੁਪਏ ਦਾ ਨੋਟ ਜਾਵੇ ਤਾਂ ਉਹ ਬਾਹਰ ਨਾ ਨਿਕਲ ਸਕੇ। ਇਸ ਨੂੰ ਇਸ ਤਰ੍ਹਾਂ ਸੋਚੋ ਕਿ ਜਦੋਂ 100 ਰੁਪਇਆ ਤੁਹਾਡੀ ਸੰਪੱਤੀ ਵਾਲੇ ਕਾਲਮ 'ਚ ਜਾਂਦਾ ਹੈ ਤਾਂ ਉਹ ਤੁਹਾਡਾ ਵਰਕਰ ਬਣ ਜਾਂਦਾ ਹੈ। ਪੈਸਿਆਂ ਬਾਰੇ ਸਭ ਤੋਂ ਚੰਗੀ ਚੀਜ਼ ਇਹ ਹੈ ਕਿ ਇਹ ਹਰ ਦਿਨ 24 ਘੰਟੇ ਕੰਮ ਕਰਦਾ ਹੈ ਤੇ ਇਸ ਤਰ੍ਹਾਂ ਪੀੜ੍ਹੀਆਂ ਤੱਕ ਕੰਮ ਕਰ ਸਕਦਾ ਹੈ। ਆਪਣੀ ਦਿਨ ਦੀ ਨੌਕਰੀ ਜਾਰੀ ਰੱਖੋ ਇੱਕ ਚੰਗੇ ਮਿਹਨਤੀ ਵਰਕਰ ਵਾਂਗ, ਪਰ ਆਪਣੀ ਸੰਪੱਤੀ ਐਸੈਟਸ ਵਾਲੇ ਕਾਲਮ ਨੂੰ ਵਧਾਉਂਦੇ ਰਹੋ। ਜਦੋਂ ਤੁਹਾਡਾ ਕੈਸ਼ ਫਲੋ ਵੱਧਦਾ ਹੈ, ਤੁਸੀਂ ਕੁਝ ਐਸ਼ੋ ਆਰਾਮ ਦੀਆਂ ਚੀਜ਼ਾਂ ਖਰੀਦ ਸਕਦੇ ਹੋ। ਇਸ ਬਾਰੇ ਇੱਕ ਮਹੱਤਵਪੂਰਨ ਤੱਥ ਇਹ ਹੈ ਕਿ ਅਮੀਰ ਲੋਕ ਐਸ਼ੋ ਆਰਾਮ ਦੀਆਂ ਚੀਜ਼ਾਂ ਸਭ ਤੋਂ ਬਾਅਦ ਵਿੱਚ ਖਰੀਦਦੇ ਹਨ, ਜਦੋਂ ਕਿ ਗਰੀਬ ਤੇ ਮਿਡਲ ਕਲਾਸ ਲੋਕ ਐਸ਼ੋ ਆਰਾਮ ਦੀਆਂ ਚੀਜ਼ਾਂ ਸਭ ਤੋਂ ਪਹਿਲਾਂ ਖਰੀਦਦੇ ਹਨ। ਗਰੀਬ ਤੇ ਮਿਡਲ ਕਲਾਸ ਲੋਕ ਆਮ ਕਰਕੇ ਵੱਡੇ ਘਰ, ਹੀਰੇ, ਫਰ, ਜੇਵਰਾਤ ਜਿਹੀਆਂ ਚੀਜ਼ਾਂ ਇਸ ਲਈ ਖਰੀਦ ਲੈਂਦੇ ਹਨ ਤਾਂ ਕਿ ਉਹ ਅਮੀਰ ਦਿਖ ਸਕਣ। ਉਹ ਅਮੀਰ ਦਿਸਦੇ ਹਨ, ਪਰ ਅਸਲ 'ਚ ਉਹ ਉਧਾਰ ਦੀ ਦਲਦਲ ਵਿੱਚ ਬਹੁਤ ਡੂੰਘੇ ਧੱਸਦੇ ਚਲੇ ਜਾਂਦੇ ਹਨ। ਉਹ ਲੋਕ ਜਿਨ੍ਹਾਂ ਦੇ ਕੋਲ ਪੀੜ੍ਹੀਆਂ ਤੋਂ ਪੈਸੇ ਹਨ, ਜਿਹੜੇ ਲੰਮੇ ਸਮੇਂ ਤੋਂ ਅਮੀਰ ਹਨ, ਉਹ ਆਪਣੇ ਸੰਪੱਤੀ ਵਾਲੇ ਕਾਲਮ ਨੂੰ ਸਭ ਤੋਂ ਪਹਿਲਾਂ ਬਣਾਉਂਦੇ ਹਨ। ਫਿਰ ਸੰਪੱਤੀ ਵਾਲੇ ਕਾਲਮ ਤੋਂ ਉਹ ਐਸ਼ੋ ਆਰਾਮ ਦੀਆਂ ਚੀਜ਼ਾਂ ਖਰੀਦ ਲੈਂਦੇ ਹਨ। ਗਰੀਬ ਅਤੇ ਮਿਡਲ ਕਲਾਸ ਲੋਕ ਆਪਣੇ ਖੂਨ ਪਸੀਨੇ ਦੀ ਕਮਾਈ ਉੱਤੇ, ਬੱਚਿਆਂ ਦੀ ਵਿਰਾਸਤ ਦੀ ਕੀਮਤ ਉੱਤੇ ਐਸ਼ੋ ਆਰਾਮ ਦੀਆਂ ਚੀਜ਼ਾਂ ਖਰੀਦਦੇ ਹਨ। ਸੱਚੀ ਐਸ਼ ਅਸਲੀ ਸੰਪੱਤੀ 'ਚ ਨਿਵੇਸ਼ ਕਰਨ ਅਤੇ ਉਸ ਨੂੰ ਵਿਕਸਿਤ ਕਰਨ ਦੀ ਹੱਲਾਸ਼ੇਰੀ। ਉਦਾਹਰਨ ਦੇ ਤੌਰ 'ਤੇ ਜਦੋਂ ਮੇਰੀ ਪਤਨੀ ਤੇ ਮੇਰੇ ਕੋਲ ਸਾਡੇ ਅਪਾਰਟਮੈਂਟ ਹਾਊਸਿਸ ਤੋਂ ਵਾਧੂ ਪੈਸਾ ਆਉਣ ਲੱਗਾ ਤਾਂ ਉਹ ਬਾਜ਼ਾਰ ਗਈ ਤੇ ਆਪਣੇ ਲਈ ਮਰਸੀਡੀਜ਼ ਕਾਰ ਖਰੀਦ ਲਿਆਈ। ਇਸ ਵਿੱਚ ਥੋੜ੍ਹੀ ਵੀ ਮਿਹਨਤ ਜਾਂ ਖਤਰਾ ਨਹੀਂ ਸੀ, ਕਿਉਂਕਿ ਅਪਾਰਟਮੈਂਟ ਹਾਊਸਿਸ ਦੇ ਕਾਰਨ ਉਸਨੇ ਕਾਰ ਖਰੀਦੀ ਸੀ। ਪਰ ਇਸ ਲਈ ਉਸਨੂੰ 4 ਸਾਲ ਤੱਕ ਇੰਤਜ਼ਾਰ ਕਰਨਾ ਪਿਆ, ਕਿਉਂਕਿ ਇਸ ਦੌਰਾਨ ਉਸਦਾ ਰੀਅਲ ਐਸਟੇਟ ਪੋਰਟਫੋਲੀਓ ਵਧ ਰਿਹਾ ਸੀ ਤੇ ਆਖਿਰਕਾਰ ਉਸਨੇ ਇੰਨਾ ਵਾਧੂ ਪੈਸਾ ਦੇ ਦਿੱਤਾ ਕਿ ਕਾਰ ਖਰੀਦੀ ਜਾ ਸਕੇ। ਪਰ ਮਰਸੀਡੀਜ਼ ਦੀ ਇਹ ਐਸ਼ ਦਰਅਸਲ 'ਚ ਇੱਕ ਸੱਚਾ ਇਨਾਮ ਹੈ, ਕਿਉਂਕਿ ਉਸਨੇ ਇਹ ਸਾਬਤ ਕਰ ਦਿੱਤਾ ਸੀ ਕਿ ਉਹ ਆਪਣੇ ਸੰਪੱਤੀ ਵਾਲੇ ਕਾਲਮ ਨੂੰ ਚੰਗੀ ਤਰ੍ਹਾਂ ਵਧਾਉਣਾ ਜਾਣਦੀ ਹੈ। ਹੁਣ ਉਸ ਵਾਸਤੇ ਉਸ ਕਾਰ ਦੀ ਕੀਮਤ ਆਮ ਤੌਰ 'ਤੇ ਖਰੀਦੀ ਗਈ ਕਾਰ ਤੋਂ ਕਿਤੇ ਜ਼ਿਆਦਾ ਹੈ। ਜ਼ਿਆਦਾਤਰ ਲੋਕ ਆਮ ਕਰਕੇ ਇੱਛਾ ਜਾਗਣ ਉੱਤੇ ਬਿਨਾਂ ਸੋਚੇ ਸਮਝੇ ਜਾਂਦੇ ਹਨ ਤੇ ਕਰਜ਼, ਕਾਰ ਜਾਂ ਐਸ਼ੋ ਆਰਾਮ ਦੀ ਕੋਈ ਹੋਰ ਚੀਜ਼ ਖਰੀਦ ਲੈਂਦੇ ਹਨ। ਹੋ ਸਕਦਾ ਹੈ ਕਿ ਉਹ ਜ਼ਿੰਦਗੀ ਤੋਂ ਬੋਰ ਹੋ ਚੁੱਕੇ ਹੋਣ ਜਾਂ ਉਹਨਾਂ ਨੂੰ ਕੇਵਲ ਇੱਕ ਨਵੇਂ ਖਿਡੌਣੇ ਦੀ ਲੋੜ ਹੋਵੇ। ਕਰਜ਼ ਤੇ ਐਸ਼ੋ ਆਰਾਮ ਦੀਆਂ ਚੀਜ਼ਾਂ ਖਰੀਦਣ ਨਾਲ ਦੇਰ ਸਵੇਰ ਉਹ ਵਿਅਕਤੀ ਉਸ ਚੀਜ਼ ਨਾਲ ਚਿੜਨ ਲੱਗੇਗਾ, ਕਿਉਂਕਿ ਉਸਦੇ ਕਾਰਨ ਜਿਹੜਾ ਕਰਜ਼ਾ ਲਿਆ ਹੈ ਉਹ ਹੁਣ ਇੱਕ ਭਾਰ ਬਣ ਗਿਆ ਹੈ। ਇੱਕ ਵਾਰੀ ਤੁਸੀਂ ਆਪਣੇ ਬਿਜ਼ਨਸ ਨੂੰ ਬਣਾਉਣ, ਉਸ 'ਚ ਨਿਵੇਸ਼ ਕਰਨ ਦਾ ਸਮਾਂ ਕੱਢ ਲੈਂਦੇ ਹੋ ਤਾਂ ਫਿਰ ਤੁਸੀਂ ਉਸ 'ਚ ਜਾਦੂ ਦੀ ਛੜੀ ਘੁਮਾ ਸਕਦੇ ਹੋ, ਜਿਹੜਾ ਅਮੀਰਾਂ ਦਾ ਸਭ ਤੋਂ ਵੱਡਾ ਰਾਜ਼ ਹੈ। ਇਹ ਰਾਜ਼ ਅਮੀਰਾਂ ਨੂੰ ਭੀੜ ਕੋਲੋਂ ਅਲੱਗ ਕਰਦਾ ਹੈ। ਆਪਣੇ ਕੰਮ ਨਾਲ ਕੰਮ ਰੱਖਣ ਦਾ ਇਨਾਮ, ਜਿਹੜਾ ਤੁਹਾਨੂੰ ਉਸ ਰਾਹ 'ਤੇ ਚੱਲਣ ਦੇ ਵਾਸਤੇ ਮਿਲਦਾ ਹੈ ਜਿਸ 'ਤੇ ਅਮੀਰ ਲੋਕ ਚੱਲਦੇ ਹਨ। ਧੰਨਵਾਦ। ਤਾਂ ਦੋਸਤੋ, ਇਸ ਦੇ ਨਾਲ ਹੀ ਤੀਸਰਾ ਸਬਕ ਖਤਮ ਹੁੰਦਾ ਹੈ। ਬਹੁਤ ਜਲਦ ਮਿਲਦੇ ਹਾਂ ਚੌਥੇ ਸਬਕ ਦੇ ਨਾਲ। ਤਦ ਤੱਕ ਲਈ ਜ਼ਿੰਦਗੀ ਜ਼ਿੰਦਾਬਾਦ।